प्यारे दर्शकों, ਤੁਹਾਨੂੰ ਸਾਰਿਆਂ ਨੂੰ ਸਾਡੀ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਤੋਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭਲੇ ਚੰਗੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਪਿਛਲੇ ਕਈ ਦਿਨਾਂ ਤੋਂ ਅਸੀਂ ਦਾਨੀਏਲ ਨਬੀ ਦੀ ਪੁਸਤਕ ਦਾ ਅਧਿਐਨ ਕਰਦੇ ਆ ਰਹੇ ਹਾਂ। ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 9 ਅਧਿਆਏ ਦੇ ਵਚਨਾਂ ਉੱਤੇ मनन करना शुरू किया सी। उस दे विच असी दानियल नबी की प्रार्थना बारे गौर कर रहे सी। असी जानिया कि दानियल नबी की प्रार्थना एक अद्भुत प्रार्थना है अते हरेक मसीही दे लई ये एक उमदा उदाहरण है जिस दे जरिए वो ये सीख सकता है कि उन्होंने प्रार्थना किस तरीके दे नाल करनी चाहिए है। दोस्तों, साडे पिछले प्रोग्राम के बाकी के हिस्से नूं असी अपने अज दे प्रोग्राम दे विच जारी रखांगे। साडे अज दे प्रोग्राम दे विच असी जीवन दे बदलण वाली प्रार्थना दे विषय विच कुछ होर गल्लां दे उत्ते होर ज़्यादा गौर करांगे तां जो साडा जीवन भी दानियल दे वांगू एक प्रभावशाली प्रार्थना करन वाला जीवन हो जाए। साडा अज दा विषय है परमेश्वर दे लोग अते प्रार्थना। ਤਾਂ ਫਿਰ ਦੋਸਤੋ, ਆਓ ਬਿਨਾਂ ਦੇਰ ਕੀਤੇ ਆਪਣੇ ਪ੍ਰੋਗਰਾਮ ਦੇ ਵਿੱਚ ਦਾਖਲ ਹੁੰਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। चुकना मैं पल पहाड़ा मदद लई मैं किसनू पुकारा। अखियां चुकना मैं पल पहाड़ा मदद लई मैं किसनू पुकारा। मेरी मदद नू रब आप ही आया। मेरी मदद नू रब आप ही आया। जिने धरती आकाश बनाया तेरे पैरां नू देवे खुलारा। मदद पहाड़ा मदद लई मैं किसनू पुकारा।
ਪਹਾੜਾ ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ਦੀਨੇ ਸੂਰਜ ਨਾ ਤੈਨੂੰ ਸਤਾਵੇ ਦੀਨੇ ਸੂਰਜ ਨਾ ਤੈਨੂੰ ਸਤਾਵੇ ਰਾਤੀ ਚੰਨ ਵੀ ਨਾ ਕੁਝ ਦੁੱਖ ਪਹੁੰਚਾਵੇ ਖੌਫ ਖਾਵੇਂਗਾ ਨਾ ਵਿੱਚ ਉਜਾੜਾ ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾ ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾ ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ਮਦਦ ਲਈ ਮੈਂ ਕਿਸ ਨੂੰ ਪੁਕਾਰਾਂ 11ਵੀਂ ਐਤ ਦੇ ਆਖਰੀ ਹਿੱਸੇ ਨੇ ਦਾਨੀਏਲ ਦੇ ਧਿਆਨ ਨੂੰ ਆਪਣੇ ਵੱਲ ਖਿੱਚਿਆ ਅਤੇ ਇਹ ਕੌਮਾਂ 70 ਵਰ੍ਹਿਆਂ ਤੱਕ ਬਾਬਲ ਦੇ ਪਾਤਸ਼ਾਹ ਦੀ ਟਹਿਲ ਕਰਨਗੀਆਂ ਅਤੇ 70 ਵਰ੍ਹਿਆਂ ਦੇ ਪੂਰੇ ਹੋਣ ਤੇ ਮੈਂ ਬਾਬਲ ਦੇ ਪਾਤਸ਼ਾਹ ਅਤੇ ਉਸ ਕੌਮ ਦੀ ਖਬਰ ਲਵਾਂਗਾ। ਯਹੋਵਾ ਦਾ ਵਾਕ ਹੈ। ਨਾਲੇ ਕਸਦੀਆਂ ਦੇ ਦੇਸ਼ ਦੀ ਵੀ ਉਹਨਾਂ ਦੀ ਵਧੀ ਦੇ ਕਾਰਨ ਅਤੇ ਮੈਂ ਉਹਨਾਂ ਨੂੰ ਸਦਾ ਲਈ ਵੀਰਾਨ ਕਰ ਦਿਆਂਗਾ ਅਤੇ ਮੈਂ ਉਸ ਦੇਸ਼ ਉੱਤੇ ਉਹ ਸਾਰੀਆਂ ਗੱਲਾਂ ਲਿਆਵਾਂਗਾ ਜਿਹੜੀਆਂ ਮੈਂ ਉਹਦੇ ਵਿਰੁੱਧ ਬੋਲੀਆਂ ਹਾਂ, ਅਰਥਾਤ ਉਹ ਸਾਰੀਆਂ ਗੱਲਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹਨ, ਜਿਹੜੀਆਂ ਜ਼ਰਮੀਆਂ ਸਾਰੀਆਂ ਕੌਮਾਂ ਦੇ ਵਿਰੁੱਧ ਅਗੰਮ ਵਾਕ ਕਰਕੇ ਬੋਲਿਆ ਸੀ। ਅਤੇ ਹੁਣ ਜੇ ਤੁਸੀਂ ਅਧਿਆਇ 29 ਵਿੱਚ ਐਤ 10 ਨੂੰ ਵੇਖੋ, ਯਹੋਵਾ ਇਉਂ ਆਖਦਾ ਹੈ ਕਿ ਜਦ ਬਾਬਲ ਲਈ 70 ਵਰ੍ਹੇ ਪੂਰੇ ਹੋ ਜਾਣਗੇ, ਮੈਂ ਤੁਹਾਡੀ ਖਬਰ ਲਵਾਂਗਾ ਅਤੇ ਮੈਂ ਤੁਹਾਨੂੰ ਇਸ ਅਸਥਾਨ ਉੱਤੋਂ ਫਿਰ ਲਿਆ ਕੇ ਆਪਣੀ ਭਲਾਈ ਦੀ ਗੱਲ ਪੂਰੀ ਕਰਾਂਗਾ। ਹੁਣ ਦਾਨੀਏਲ ਦੀ ਉਮਰ 80 ਸਾਲ ਦੇ ਨੇੜੇ ਤੇੜੇ ਸੀ ਅਤੇ ਜਦ ਉਹ ਇੱਥੇ ਲਿਆਂਦਾ ਗਿਆ ਸੀ ਤਾਂ ਸ਼ਾਇਦ ਉਸ ਦੀ ਉਮਰ 14 ਜਾਂ 15 ਸਾਲ ਦੀ ਰਹੀ ਹੋਵੇਗੀ ਅਤੇ ਉਹ ਜ਼ਰਮੀਆਂ ਦੀ ਭਵਿੱਖਬਾਣੀ ਨੂੰ ਪੜ੍ਹ ਰਿਹਾ ਹੈ ਅਤੇ ਹਿਸਾਬ ਲਗਾ ਕੇ ਵੇਖਦਾ ਹੈ ਕਿ 70 ਸਾਲ ਤਾਂ ਪੂਰੇ ਹੋ ਗਏ ਹਨ। ਉਸ ਦਾ ਮਨ ਖੁਸ਼ੀ ਨਾਲ ਭਰ ਗਿਆ ਕਿ ਹੁਣ ਉਸ ਦੇ ਲੋਕਾਂ ਦਾ ਸਮੇਂ ਆ ਗਿਆ ਹੈ ਕਿ ਉਹ ਹੁਣ ਆਪਣੇ ਦੇਸ਼ ਯਰੂਸ਼ਲਮ ਵਾਪਸ ਜਾਣ। ਹੁਣ ਸਮੇਂ ਆ ਗਿਆ ਹੈ ਕਿ ਉਸ ਦੇ ਲੋਕ ਛੁਟਕਾਰਾ ਪਾਉਣ। ਅਤੇ ਜਦ ਦਾਨੀਏਲ ਨੇ ਭਵਿੱਖਬਾਣੀ ਨੂੰ ਪੜ੍ਹਿਆ, ਉਸ ਦਾ ਦਿਲ ਖੁਸ਼ੀ ਨਾਲ ਭਰ ਗਿਆ ਅਤੇ ਘੁਟਨੇ ਟੇਕ ਕੇ ਪ੍ਰਾਰਥਨਾ ਕਰਨ ਲੱਗਾ। ਭਵਿੱਖਬਾਣੀ ਦੀ ਸੱਚਾਈ ਪ੍ਰਭਾਵਸ਼ਾਲੀ ਹੋ ਜਾਂਦੀ ਹੈ ਜਦ ਅਸੀਂ ਘੁਟਨੇ ਟੇਕ ਕੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੰਦੇ ਹਾਂ, ਜਿਸ ਤਰ੍ਹਾਂ ਦਾਨੀਏਲ ਨੇ ਕੀਤੀ। ਜੇ ਤੁਹਾਨੂੰ ਯਾਦ ਹੋਵੇਗਾ ਕਿ 8ਵੇਂ ਅਧਿਆਇ ਦੇ ਆਖਰੀ ਵਿੱਚ ਜਦ ਦਾਨੀਏਲ ਕਰੜੇ ਮੂੰਹ ਵਾਲੇ ਰਾਜੇ ਦੇ ਬਾਰੇ ਦਰਸ਼ਨ ਵੇਖ ਚੁੱਕਿਆ ਸੀ, ਮੈਂ ਤੁਹਾਨੂੰ ਯਾਦ ਦਿਵਾਉਂਦਾ ਹਾਂ ਕਿ ਦਾਨੀਏਲ ਪਰਮੇਸ਼ਰ ਦੀ ਸੱਚਾਈ ਨੂੰ ਜਾਣਨ ਦਾ ਆਦੀ ਸੀ। ਐਤ 27 ਦੱਸਦੀ ਹੈ, ਮੈਂ ਦਾਨੀਏਲ ਨੂੰ ਮੁਰਛਾ ਪੈ ਗਈ ਅਤੇ ਕਈ ਦਿਨਾਂ ਤੱਕ ਮੰਦਾ ਪਿਆ ਰਿਹਾ। ਫਿਰ ਉਹਦੇ ਪਿੱਛੋਂ ਮੈਂ ਉੱਠਿਆ ਅਤੇ ਰਾਜੇ ਦਾ ਕੰਮ ਧੰਦਾ ਕਰਨ ਲੱਗਾ ਅਤੇ ਦਰਸ਼ਨ ਨਾਲ ਘਬਰਾਉਂਦਾ ਰਿਹਾ, ਪਰ ਉਹਨੂੰ ਕਿਸੇ ਨੇ ਨਾ ਜਾਣਿਆ। ਜਦ ਮੈਂ ਦਾਨੀਏਲ ਦੇ ਬਾਰੇ ਪੜ੍ਹਿਆ ਤੇ ਮੈਂ ਸਮਝ ਗਿਆ ਕਿ ਉਸ ਵੇਲੇ ਉਹ ਗਹਿਰਾਈ ਨਾਲ ਪਰਮੇਸ਼ਰ ਦੀ ਸੱਚਾਈ ਨਾਲ ਜੁੜਿਆ ਹੋਇਆ ਸੀ ਅਤੇ ਜਦ ਉਸ ਨੇ ਪੜ੍ਹਿਆ ਕਿ ਪਰਮੇਸ਼ਰ ਨੇ ਇਹ ਕਿਹਾ ਹੈ ਤਾਂ ਉਹ ਪਹਿਲੇ ਵਰਗਾ ਨਾ ਰਿਹਾ। ਉਸ ਦੀ ਪ੍ਰਾਰਥਨਾ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਸੀ। ਹੁਣ ਮੈਂ ਬਾਈਬਲ ਵਿੱਚ ਅਜ਼ਰਾ ਦੀ ਕਿਤਾਬ ਦੇ ਅੰਦਰ ਇੱਕ ਉਦਾਹਰਨ ਦਿੰਦਾ ਹਾਂ। ਆਪਣੀ ਬਾਈਬਲ ਵਿੱਚ ਅਜ਼ਰਾ ਦੀ ਕਿਤਾਬ ਕੱਢੋ। ਪਿਛਲੇ ਹਫ਼ਤੇ ਮੈਂ ਇਹ ਨਤੀਜਾ ਕੱਢਿਆ, ਪ੍ਰਾਰਥਨਾ ਅਸਲ ਵਿੱਚ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਹੋਏ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਇਸ ਨੂੰ ਸਮਝ ਸਕਣ।
ਆਜ਼ਰਾ ਦੀ ਕਿਤਾਬ ਦੇ 9ਵੇਂ ਅਧਿਆਏ ਦੀ 4 ਤੇ 5 ਐਤ ਵਿੱਚ ਅਸੀਂ ਇਸ ਸਬੰਧ ਨੂੰ ਵੇਖ ਸਕਦੇ ਹਾਂ। ਆਜ਼ਰਾ ਲੋਕਾਂ ਦੇ ਸਾਹਮਣੇ ਪਰਮੇਸ਼ਰ ਦੇ ਵਚਨ ਨੂੰ ਪੜ੍ਹ ਰਿਹਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦੇਵੋ ਕੀ ਹੁੰਦਾ ਹੈ। ਤਦ ਉਹ ਸਾਰੇ ਜਿਹੜੇ ਇਸਰਾਇਲ ਦੇ ਪਰਮੇਸ਼ਰ ਦੀਆਂ ਗੱਲਾਂ ਤੋਂ ਕੰਬਦੇ ਸਨ, ਉਹਨਾਂ ਅਸੀਰੀ ਦੀ ਬੇਈਮਾਨੀ ਦੇ ਕਾਰਨ ਮੇਰੇ ਕੋਲ ਇਕੱਠੇ ਹੋ ਗਏ ਅਤੇ ਮੈਂ ਸਾਂਝ ਦੀ ਬਲੀ ਚੜਾਉਣ ਤੱਕ ਨਿਮਾਝਣਾ ਬੈਠਾ ਰਿਹਾ। ਦੂਜੇ ਸ਼ਬਦਾਂ ਵਿੱਚ ਇੱਥੇ ਉਹ ਲੋਕ ਸੀ ਜੋ ਇਕੱਠੇ ਹੋ ਕੇ ਆਏ ਤਾਂ ਕਿ ਪਰਮੇਸ਼ਰ ਦਾ ਵਚਨ ਪੜ੍ਹੀਏ ਅਤੇ ਪਰਮੇਸ਼ਰ ਦਾ ਵਚਨ ਪੜ੍ਹਿਆ ਗਿਆ। ਅਤੇ 5 ਐਤ ਵਿੱਚ ਚਲੋ, ਸਾਂਝ ਦੀ ਬਲੀ ਚੜਾਉਣ ਦੇ ਵੇਲੇ ਮੈਂ ਬਰਤ ਤੋਂ ਉੱਠਿਆ ਅਤੇ ਆਪਣੇ ਵਸਤਰ ਤੇ ਆਪਣੀ ਚਾਦਰ ਪਾੜ ਕੇ ਆਪਣੇ ਗੋਡਿਆਂ ਉੱਤੇ ਚੁੱਕਿਆ ਅਤੇ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ ਆਪਣੇ ਹੱਥ ਅੱਡੇ ਅਤੇ ਪ੍ਰਾਰਥਨਾ ਕੀਤੀ। ਪਰਮੇਸ਼ਰ ਦੇ ਵਚਨ ਤੋਂ ਪ੍ਰਭਾਵਿਤ ਹੋ ਕੇ ਪ੍ਰਾਰਥਨਾ ਹੁੰਦੀ ਹੈ। ਦਾਨੀਏਲ ਸਾਨੂੰ ਸੱਚੀ ਪ੍ਰਾਰਥਨਾ ਦੇ ਬਾਰੇ ਸਿਖਾਉਂਦਾ ਹੈ ਕਿ ਜਦ ਅਸੀਂ ਪਰਮੇਸ਼ਰ ਦੇ ਵਚਨ ਤੋਂ ਪ੍ਰਭਾਵਿਤ ਹੋ ਕੇ ਪ੍ਰਾਰਥਨਾ ਕਰਦੇ ਹਾਂ ਤੇ ਉਹ ਪ੍ਰਾਰਥਨਾ ਜੀਵਨ ਨੂੰ ਬਦਲਣ ਵਾਲੀ ਅਤੇ ਪ੍ਰਭਾਵਸ਼ਾਲੀ ਪ੍ਰਾਰਥਨਾ ਬਣ ਜਾਂਦੀ ਹੈ। ਨੰਬਰ 2, ਜੀਵਨ ਵਧਣ ਵਾਲੀ ਪ੍ਰਾਰਥਨਾ ਪਰਮੇਸ਼ਰ ਦੀ ਇੱਛਾ ਨਾਲ ਨਾਪੀ ਜਾਂਦੀ ਹੈ। ਪ੍ਰਾਰਥਨਾ ਦੇ ਬਾਰੇ ਦੂਜੀ ਚੀਜ਼ ਵੱਲ ਅਸੀਂ ਧਿਆਨ ਦੇਣਾ ਹੈ, ਉਹ ਇਹ ਹੈ ਕਿ ਪ੍ਰਾਰਥਨਾ ਪਰਮੇਸ਼ਰ ਦੀ ਇੱਛਾ ਨਾਲ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਅਸੀਂ 9ਵੇਂ ਅਧਿਆਏ ਦੀ ਦੂਜੀ ਐਤ ਵਿੱਚ ਵੇਖਿਆ, ਜਦ ਦਾਨੀਏਲ ਜ਼ਰਮੀਆਂ ਦੀ ਕਿਤਾਬ ਨੂੰ ਪੜ੍ਹ ਰਿਹਾ ਸੀ ਤਾਂ ਉਸਨੇ 70 ਬਰੇ ਪੂਰੇ ਹੋਣ ਦੇ ਬਾਰੇ ਜਾਣਿਆ। ਦੂਜੇ ਸ਼ਬਦਾਂ ਵਿੱਚ ਦਾਨੀਏਲ ਨੇ ਜ਼ਰਮੀਆਂ ਦੀ ਕਿਤਾਬ ਵਿੱਚ ਪੜ੍ਹਿਆ ਕਿ ਪਰਮੇਸ਼ਰ ਉਸ ਦੇ ਲੋਕਾਂ ਨੂੰ 70 ਵਰੇ ਕੈਦ ਵਿੱਚ ਰੱਖੇਗਾ ਅਤੇ ਤਦ ਉਹ ਉਹਨਾਂ ਨੂੰ ਛੁਟਕਾਰਾ ਦੇਣ ਜਾ ਰਿਹਾ ਹੈ। ਹੁਣ ਇੱਕ ਵੱਡੀ ਅਜੀਬ ਚੀਜ਼ ਹੁੰਦੀ ਹੈ ਜਦ ਉਹ ਪੜ੍ਹਦਾ ਹੈ ਕਿ ਪਰਮੇਸ਼ਰ ਕੀ ਕਰਨ ਜਾ ਰਿਹਾ ਹੈ। ਹੁਣ ਉਹ ਪ੍ਰਾਰਥਨਾ ਸ਼ੁਰੂ ਕਰਦਾ ਹੈ ਕਿ ਪਰਮੇਸ਼ਰ ਉਹ ਕਰ ਜੋ ਤੂੰ ਕਰਨ ਜਾ ਰਿਹਾ ਹੈ। ਮੈਂ ਨਹੀਂ ਜਾਣਦਾ ਕਿ ਇਹ ਪੜ੍ਹ ਕੇ ਤੁਹਾਨੂੰ ਕੁਝ ਹੋਇਆ ਜਾਂ ਨਹੀਂ, ਪਰ ਮੇਰੇ ਉੱਤੇ ਇਸ ਗੱਲ ਦਾ ਬਹੁਤ ਅਸਰ ਹੋਇਆ। ਇਸ ਨੂੰ ਖੁੱਲ੍ਹ ਕੇ ਸਮਝਣ ਲਈ ਅਧਿਆਇ 9 ਦੀ 19 ਐਤ ਨੂੰ ਵੇਖੋ। ਆਪਣੀ ਪ੍ਰਾਰਥਨਾ ਦੇ ਅੰਤ ਵਿੱਚ ਦਾਨੀਏਲ ਆਖਦਾ ਹੈ, ਹੇ ਪ੍ਰਭੂ ਸੁਣ, ਹੇ ਪ੍ਰਭੂ ਬਖਸ਼ ਦੇ, ਹੇ ਪ੍ਰਭੂ ਸੁਣ ਲੈ ਅਤੇ ਕੰਮ ਕਰ। ਹੇ ਮੇਰੇ ਪਰਮੇਸ਼ਰ, ਆਪਣੇ ਹੀ ਲਈ ਢਿੱਲ ਨਾ ਲੈ, ਇਸ ਲਈ ਜੋ ਤੇਰਾ ਸ਼ਹਿਰ ਅਤੇ ਤੇਰੀ ਪ੍ਰਜਾ ਤੇਰੇ ਨਾਮ ਦੀ ਸਤਾਉਂਦੀ ਹੈ। ਦਾਨੀਏਲ ਪ੍ਰਾਰਥਨਾ ਕਰਦਾ ਹੈ ਕਿ ਜੋ ਤੂੰ ਆਖਿਆ ਹੈ ਕਰਨ ਜਾ ਰਿਹਾ ਹੈ ਅਤੇ ਮੈਂ ਵੀ ਚਾਹੁੰਦਾ ਹਾਂ ਕਿ ਤੂੰ ਕਰ। ਇਹ ਉਸ ਦੀ ਪ੍ਰਾਰਥਨਾ ਸੀ। ਤੁਸੀਂ ਜਾਣਦੇ ਹੋ, ਪਰਮੇਸ਼ਰ ਆਪਣੀ ਯੋਜਨਾ ਨੂੰ ਜਾਣਦਾ ਹੈ ਅਤੇ ਜਦ ਉਹ ਆਪਣੀ ਯੋਜਨਾ ਸਾਡੇ ਉੱਤੇ ਪ੍ਰਗਟ ਕਰਦਾ ਹੈ ਤਾਂ ਸਾਡੇ ਕੋਲੋਂ ਆਸ਼ਾ ਕਰਦਾ ਹੈ ਕਿ ਅਸੀਂ ਉਸ ਦੀ ਯੋਜਨਾ ਲਈ ਪ੍ਰਾਰਥਨਾ ਕਰੀਏ। ਅਸੀਂ ਵੇਖਿਆ ਜਦ ਦਾਨੀਏਲ ਨੂੰ ਸੱਚਾਈ ਪਤਾ ਲੱਗੀ ਤਾਂ ਉਹ ਗੋਡਿਆਂ ਦੇ ਭਾਰ ਡਿੱਗ ਕੇ ਪਰਮੇਸ਼ਰ ਦੀ ਇੱਛਾ ਪੂਰੀ ਹੋਣ ਲਈ ਪ੍ਰਾਰਥਨਾ ਕਰਨ ਲੱਗ ਪਿਆ। ਪਰਮੇਸ਼ਰ ਦੀ ਇੱਛਾ ਪੂਰੀ ਹੋ ਜਾਏ ਜੋ ਉਹ ਕਰਨ ਜਾ ਰਿਹਾ ਹੈ। ਬਾਈਬਲ ਦੱਸਦੀ ਹੈ, ਜਦ ਅਸੀਂ ਕੁਝ ਵੀ ਪਰਮੇਸ਼ਰ ਦੀ ਇੱਛਾ ਨਾਲ ਮੰਗਦੇ ਹਾਂ ਤਦ ਉਹ ਸਾਡੀ ਇੱਛਾ ਪੂਰੀ ਕਰਦਾ ਹੈ। ਪ੍ਰਾਰਥਨਾ ਦਾ ਅਰਥ ਇਹ ਨਹੀਂ ਹੁੰਦਾ ਕਿ ਅਸੀਂ ਪਰਮੇਸ਼ਰ ਦੀ ਇੱਛਾ ਨੂੰ ਨਾ ਬਦਲੀਏ। ਜੇ ਅਸੀਂ ਸੱਚਮੁੱਚ ਭਰੋਸਾ ਕਰਦੇ ਹਾਂ ਕਿ ਪਰਮੇਸ਼ਰ ਦੀ ਇੱਛਾ ਸਿੱਧ ਹੁੰਦੀ ਹੈ ਤਾਂ ਫਿਰ ਅਸੀਂ ਕਿਉਂ ਚਾਹੁੰਦੇ ਹਾਂ ਕਿ ਉਹ ਆਪਣੀ ਇੱਛਾ ਬਦਲ ਲਵੇ। ਕਈ ਵਾਰ ਅਸੀਂ ਬਹੁਤ ਸਮੇਂ ਕੱਢ ਕੇ ਪ੍ਰਾਰਥਨਾ ਵਿੱਚ ਯਤਨ ਕਰਦੇ ਹਾਂ ਕਿ ਪਰਮੇਸ਼ਰ ਆਪਣੀ ਇੱਛਾ ਬਦਲ ਦੇਵੇ ਅਤੇ ਜੋ ਸਾਡੀ ਇੱਛਾ ਹੈ ਉਹ ਪੂਰੀ ਹੋ ਜਾਏ। ਪ੍ਰਾਰਥਨਾ ਕਰਨ ਤੋਂ ਪਹਿਲਾਂ ਸਾਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਪਰਮੇਸ਼ਰ ਦੀ ਇੱਛਾ ਕੀ ਹੈ। ਤੁਸੀਂ ਜਾਣਦੇ ਹੋ, ਪਰਮੇਸ਼ਰ ਦੀ ਇੱਛਾ ਇਹ ਹੈ ਕਿ ਅਸੀਂ ਕਦੇ ਵੀ ਪਰਮੇਸ਼ਰ ਦੇ ਵਚਨ ਦੀ ਵਿਰੋਧਤਾ ਵਿੱਚ ਨਾ ਜਾਈਏ। ਇਸ ਲਈ ਜਦ ਤੁਹਾਡੀ ਪ੍ਰਾਰਥਨਾ ਵਚਨ ਦੇ ਅਨੁਸਾਰ ਹੁੰਦੀ ਹੈ, ਉਹ ਸੁਣੀ ਜਾਂਦੀ ਹੈ। ਮੈਂ ਇੱਕ ਵੱਡੀ ਭੀੜ ਨੂੰ ਜਾਣਦਾ ਹਾਂ ਜੋ ਪਰਮੇਸ਼ਰ ਦੀ ਇੱਛਾ ਨੂੰ ਜਾਣੇ ਬਿਨਾਂ ਪ੍ਰਾਰਥਨਾ ਕਰਦੀ ਹੈ ਅਤੇ ਆਖਦੀ ਹੈ ਕਿ ਜੋ ਉਹਨਾਂ ਨੇ ਸੋਚਿਆ ਹੈ ਉਹ ਪੂਰਾ ਹੋ ਜਾਏ। ਉਹ ਆਪਣੀ ਇੱਛਾ ਪਰਮੇਸ਼ਰ ਕੋਲ ਲੈ ਕੇ ਆਉਂਦੇ ਹਨ ਅਤੇ ਯਤਨ ਕਰਦੇ ਹਨ ਕਿ ਪਰਮੇਸ਼ਰ ਦੀ ਇੱਛਾ ਬਦਲ ਕੇ ਉਹਨਾਂ ਵਰਗੀ ਹੋ ਜਾਏ। ਪ੍ਰਾਰਥਨਾ ਐਸਾ ਯੰਤਰ ਨਹੀਂ ਜਿਸ ਦੇ ਦੁਆਰਾ ਅਸੀਂ ਸਵਰਗ ਤੋਂ ਆਪਣੀ ਇੱਛਾ ਪੂਰੀ ਕਰਵਾ ਸਕਦੇ ਹਾਂ, ਪਰ ਇਹ ਤਾਂ ਉਹ ਯੰਤਰ ਹੈ ਜਿਸ ਦੇ ਦੁਆਰਾ ਅਸੀਂ ਧਰਤੀ ਉੱਤੇ ਪਰਮੇਸ਼ਰ ਦੀ ਇੱਛਾ ਨੂੰ ਪੂਰੀ ਕਰਵਾ ਸਕਦੇ ਹਾਂ। ਇਸ ਲਈ ਜਦ ਅਸੀਂ ਪ੍ਰਭੂ ਦੀ ਪ੍ਰਾਰਥਨਾ ਕਰਨਾ ਅਤੇ ਚੇਲਿਆਂ ਦੀ ਪ੍ਰਾਰਥਨਾ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨ ਲਈ ਆਖਿਆ ਗਿਆ ਹੈ, ਤੇਰਾ ਰਾਜ ਆਏ, ਤੇਰੀ ਇੱਛਾ ਪੂਰੀ ਹੋਏ।
ਅਤੇ ਜਦ ਯਿਸੂ ਗਸ਼ਮਨੀ ਦੇ ਬਾਗ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸਨੇ ਆਖਿਆ, ਫਿਰ ਵੀ ਮੇਰੀ ਨਹੀਂ ਤੇਰੀ ਇੱਛਾ ਪੂਰੀ ਹੋਏ। ਪ੍ਰਾਰਥਨਾ ਦਾ ਅਰਥ ਨਹੀਂ ਹੁੰਦਾ ਕਿ ਅਸੀਂ ਯਤਨ ਕਰੀਏ ਕਿ ਪਰਮੇਸ਼ਰ ਦੀ ਯੋਜਨਾ ਬਦਲ ਜਾਏ ਅਤੇ ਜੋ ਅਸੀਂ ਚਾਹੁੰਦੇ ਹਾਂ ਉਹ ਹੋ ਜਾਏ। ਇਸ ਲਈ ਸਾਰ ਇਹ ਹੈ, ਜਦ ਅਸੀਂ ਪ੍ਰਾਰਥਨਾ ਕਰੀਏ, ਪਰਮੇਸ਼ਰ ਨਹੀਂ ਜੋ ਬਦਲ ਜਾਏ, ਪਰ ਅਸੀਂ ਬਦਲ ਜਾਈਏ। ਦਾਨੀਏਲ ਇੱਥੇ ਇਸ ਤਰ੍ਹਾਂ ਹੀ ਕਰ ਰਿਹਾ ਹੈ। ਜਦ ਉਸ ਨੂੰ ਪਰਮੇਸ਼ਰ ਦੀ ਇੱਛਾ ਪਤਾ ਲੱਗੀ ਤਾਂ ਉਸ ਨੇ ਆਪਣੇ ਲੋਕਾਂ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਜਦ ਪਰਮੇਸ਼ਰ ਕੁਝ ਕਰਨ ਲਈ ਠਾਣ ਲੈਂਦਾ ਹੈ ਤਾਂ ਉਹ ਕੁਝ ਕਰ ਰਿਹਾ ਹੁੰਦਾ ਹੈ ਅਤੇ ਤਦ ਉਹ ਚਾਹੁੰਦਾ ਹੈ ਕਿ ਅਸੀਂ ਪ੍ਰਾਰਥਨਾ ਕਰੀਏ, ਅਤੇ ਦਾਨੀਏਲ ਨੇ ਠੀਕ ਇਸ ਤਰ੍ਹਾਂ ਹੀ ਕੀਤਾ। ਜ਼ਰਮੀਆ ਨੇ ਆਖਿਆ ਕਿ ਪਰਮੇਸ਼ਰ ਕੀ ਕਰਨ ਜਾ ਰਿਹਾ ਹੈ ਅਤੇ ਦਾਨੀਏਲ ਪ੍ਰਾਰਥਨਾ ਕਰਦਾ ਹੈ ਕਿ ਇਸ ਤਰ੍ਹਾਂ ਹੀ ਹੋ ਜਾਏ। ਇਹ ਹੀ ਸੱਚੀ ਪ੍ਰਾਰਥਨਾ ਹੈ। ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ। ਜੇ ਤੁਸੀਂ ਕਿਸੇ ਚੀਜ਼ ਦੇ ਬਾਰੇ ਇਹ ਪੜ੍ਹਦੇ ਹੋ ਕਿ ਇਹ ਪਰਮੇਸ਼ਰ ਦੀ ਇੱਛਾ ਨਹੀਂ ਹੈ, ਕਿ ਤੁਸੀਂ ਇਸ ਦੇ ਬਾਰੇ ਪ੍ਰਾਰਥਨਾ ਕਰੋ। ਮੈਂ ਇਸ ਪ੍ਰਸ਼ਨ ਨੂੰ ਫਿਰ ਪੁੱਛਦਾ ਹਾਂ ਕਿਉਂਕਿ ਸ਼ਾਇਦ ਤੁਸੀਂ ਇਸ ਨੂੰ ਠੀਕ ਤਰ੍ਹਾਂ ਨਹੀਂ ਸਮਝ ਪਾਏ। ਜੇ ਤੁਸੀਂ ਪਰਮੇਸ਼ਰ ਦੇ ਵਚਨ ਵਿੱਚ ਕੁਝ ਪੜ੍ਹਦੇ ਹੋ ਅਤੇ ਪਰਮੇਸ਼ਰ ਆਖਦਾ ਹੈ ਇਹ ਮੇਰੀ ਇੱਛਾ ਨਹੀਂ ਹੈ ਕਿ ਤੁਸੀਂ ਇਸ ਦੇ ਬਾਰੇ ਪ੍ਰਾਰਥਨਾ ਕਰੋ, ਇਹ ਤਾਂ ਪੂਰੀ ਤਰ੍ਹਾਂ ਸਮੇਂ ਨੂੰ ਨਸ਼ਟ ਕਰਨਾ ਹੈ। ਪ੍ਰਾਰਥਨਾ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਹੋਣੀ ਚਾਹੀਦੀ ਹੈ। ਪ੍ਰਾਰਥਨਾ ਵਿੱਚ ਪਰਮੇਸ਼ਰ ਦੀ ਇੱਛਾ ਨੂੰ ਅੱਗੇ ਰੱਖਣਾ ਚਾਹੀਦਾ ਹੈ। ਹੁਣ ਅਸੀਂ ਇੱਕ ਹੋਰ ਚੀਜ਼ ਨੂੰ ਸਮਝਣ ਜਾ ਰਹੇ ਹਾਂ। ਨੰਬਰ 3, ਜੀਵਨ ਵਧਣ ਵਾਲੀ ਪ੍ਰਾਰਥਨਾ ਸਾਡੇ ਪਰਮੇਸ਼ਰ ਨਾਲ ਚੱਲਣ ਵਿੱਚ ਜ਼ਾਹਿਰ ਹੁੰਦੀ ਹੈ। ਹੁਣ ਦਾਨੀਏਲ ਦੇ ਜੀਵਨ ਦੇ ਬਾਰੇ ਦੋ ਚੀਜ਼ਾਂ ਉੱਠ ਕੇ ਸਾਡੇ ਸਾਹਮਣੇ ਆਉਂਦੀਆਂ ਹਨ। ਜਦ ਅਸੀਂ ਉਸ ਨੂੰ ਪ੍ਰਾਰਥਨਾ ਕਰਦੇ ਵੇਖਦੇ ਹਾਂ, ਮੈਂ ਤੁਹਾਨੂੰ ਦੋ ਸ਼ਬਦ ਦੱਸਣ ਜਾ ਰਿਹਾ ਹਾਂ ਜਿਨ੍ਹਾਂ ਦੀ ਸੱਚਾਈ ਨੂੰ ਸਦਾ ਯਾਦ ਰੱਖਣਾ ਹੈ। ਸਭ ਤੋਂ ਪਹਿਲਾਂ ਅਸੀਂ ਉਸ ਦੀ ਪ੍ਰਾਰਥਨਾ ਵਿੱਚ ਬਰਮਬਰਤਾ ਵੇਖਦੇ ਹਾਂ ਅਤੇ ਦੂਜੀ ਉਸ ਦੀ ਪ੍ਰਾਰਥਨਾ ਵਿੱਚ ਤੀਬਰਤਾ ਨੂੰ ਦੇਖਦੇ ਹਾਂ। ਭਾਗ ਊੜਾ, ਦਾਨੀਏਲ ਦੀ ਪ੍ਰਾਰਥਨਾ ਵਿੱਚ ਬਰਮਬਰਤਾ। ਪ੍ਰਾਰਥਨਾ ਸਿਰਫ ਉਹ ਹੀ ਨਹੀਂ ਹੈ ਜੋ ਅਸੀਂ ਕਿਸੇ ਖਾਸ ਵੇਲੇ ਕਰਦੇ ਹਾਂ। ਪ੍ਰਾਰਥਨਾ ਤਾਂ ਸਾਡੇ ਜੀਵਨ ਦਾ ਹਿੱਸਾ ਹੈ ਅਤੇ ਬਣਿਆ ਰਹਿਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਦਾਨੀਏਲ ਦੱਸਦਾ ਹੈ, ਜਦ ਉਸਨੇ ਜ਼ਰਮੀਆ ਦੀ ਕਿਤਾਬ ਵਿੱਚ ਭਵਿੱਖਬਾਣੀ ਪੜ੍ਹੀ ਤਾਂ ਉਸਨੇ ਆਪਣਾ ਮੂੰਹ ਪਰਮੇਸ਼ਰ ਵੱਲ ਕੀਤਾ ਅਤੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਤੁਸੀਂ ਬਾਈਬਲ ਵਿੱਚ ਪਿੱਛੇ ਜਾ ਕੇ 6ਵੇਂ ਅਧਿਆਇ ਵਿੱਚ ਵੇਖੋ ਤਾਂ ਦਾਨੀਏਲ ਤੁਹਾਨੂੰ ਆਪਣੇ ਗੋਡਿਆਂ ਦੇ ਭਾਰ ਬੈਠਾ ਮਿਲੇਗਾ। ਇੱਕ ਛੋਟੀ ਚੀਜ਼ ਅਧਿਆਇ 6 ਦੇ ਅਤੇ 10 ਵਿੱਚ ਹੈ, ਪਰ ਇਹ ਉਹ ਗਵਾਹੀ ਹੈ ਜੋ ਦਾਨੀਏਲ ਦੀ ਪ੍ਰਾਰਥਨਾ ਦੀ ਬਰਮਬਰਤਾ ਨੂੰ ਪ੍ਰਗਟ ਕਰਦੀ ਹੈ। ਜਦ ਦਾਨੀਏਲ ਨੂੰ ਮਾਲੂਮ ਹੋਇਆ ਕਿ ਉਸ ਲਿਖਤ ਤੇ ਸਹੀ ਪੈ ਗਈ ਹੈ ਤਾਂ ਉਹ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਬਾਰੀ ਖੋਲ੍ਹ ਕੇ ਜਿਹੜੀ ਯਰੂਸ਼ਲਮ ਦੇ ਵੱਲ ਸੀ ਅਤੇ ਦਿਨ ਵਿੱਚ 3 ਵਾਰੀ ਗੋਡੇ ਨਿਵਾ ਕੇ ਪਰਮੇਸ਼ਰ ਦੇ ਸਾਹਮਣੇ ਜਿਵੇਂ ਉਹ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ। ਇਹ ਐਤ ਸਾਨੂੰ ਦੱਸਦੀ ਹੈ ਕਿ ਹਰ ਹਾਲ ਵਿੱਚ ਪ੍ਰਾਰਥਨਾ ਕਰਨਾ ਦਾਨੀਏਲ ਦੀ ਆਦਤ ਸੀ। ਤੁਸੀਂ ਵੇਖਿਆ, ਮੁਸੀਬਤ ਦੇ ਸਮੇਂ ਦਾਨੀਏਲ ਵਿੱਚ ਕੋਈ ਬਦਲਾਅ ਨਹੀਂ ਆਇਆ। ਜਿਸ ਤਰ੍ਹਾਂ ਉਹ ਪਹਿਲਾਂ ਕਰਦਾ ਸੀ ਉਸ ਤਰ੍ਹਾਂ ਹੀ ਉਸਨੇ ਗੋਡੇ ਨਿਭਾ ਕੇ 3 ਵਾਰ ਪ੍ਰਾਰਥਨਾ ਕੀਤੀ। ਇਹ ਦਾਨੀਏਲ ਦੀ ਪ੍ਰਾਰਥਨਾ ਦੀ ਬਰਮਬਾਰਤਾ ਹੈ। ਜੇ ਤੁਸੀਂ ਪਿੱਛੇ ਜਾ ਕੇ 9ਵੇਂ ਅਧਿਆਇ ਦੀ 20 ਐਤ ਤੱਕ ਪੜ੍ਹੋ, ਇਹ ਸੱਚਮੁੱਚ ਇੱਕ ਲੰਮੀ ਪ੍ਰਾਰਥਨਾ ਹੈ। ਐਤ 20 ਦੱਸਦੀ ਹੈ, ਮੈਂ ਕਹਿੰਦਾ ਹੀ ਸਾਂ ਅਤੇ ਅਰਦਾਸ ਕਰਦਾ ਸਾਂ ਅਤੇ ਆਪਣੇ ਪਾਪਾਂ ਅਤੇ ਆਪਣੇ ਲੋਕ ਇਜ਼ਰਾਈਲੀਆਂ ਦੇ ਪਾਪਾਂ ਨੂੰ ਮੰਨਦਾ ਹੀ ਸਾਂ ਅਤੇ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ ਆਪਣੇ ਪਰਮੇਸ਼ਰ ਦੇ ਪਵਿੱਤਰ ਪਹਾੜ ਲਈ ਤਰਲੇ ਪਾਉਂਦਾ ਹੀ ਸਾਂ ਤਾਂ ਜਬਰਾਇਲ ਆ ਗਿਆ। ਜਦ ਦਾਨੀਏਲ ਪ੍ਰਾਰਥਨਾ ਕਰ ਰਿਹਾ ਸੀ ਤਾਂ ਪਰਮੇਸ਼ਰ ਨੇ ਆਪਣੇ ਦੂਤ ਜਬਰਾਇਲ ਨੂੰ ਸੰਦੇਸ਼ ਦੇਣ ਲਈ ਦਾਨੀਏਲ ਕੋਲ ਭੇਜ ਦਿੱਤਾ। ਅੱਜ ਵੀ ਉਹ ਸਾਡੀ ਪ੍ਰਾਰਥਨਾਵਾਂ ਦਾ ਉੱਤਰ ਅਕਸਰ ਇਸ ਤਰ੍ਹਾਂ ਹੀ ਦਿੰਦਾ ਹੈ। ਰੋਮੀਓ 12 ਅਧਿਆਇ 12 ਵਚਨ ਦੱਸਦਾ ਹੈ, ਆਸਾਂ ਵਿੱਚ ਆਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ। ਪਹਿਲਾ ਤਸਨਿਲੀਕਿਆ 5 ਅਧਿਆਇ 17 ਵਚਨ ਦੱਸਦਾ ਹੈ, ਨਿਤ ਪ੍ਰਾਰਥਨਾ ਕਰੋ, ਹਰ ਹਾਲ ਵਿੱਚ ਧੰਨਵਾਦ ਕਰੋ, ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ਰ ਦੀ ਇਹੋ ਹੀ ਇੱਛਾ ਹੈ। ਪਰਮੇਸ਼ਰ ਨਾਲ ਚੱਲਦੇ ਹੋਏ ਪ੍ਰਾਰਥਨਾ ਕਰਨਾ ਦਾਨੀਏਲ ਦੀ ਰੋਜ਼ ਦੀ ਆਦਤ ਸੀ। ਭਾਗ ਐੜਾ, ਪ੍ਰਾਰਥਨਾ ਵਿੱਚ ਦਾਨੀਏਲ ਦੀ ਤੀਬਰਤਾ। ਦੂਜੀ ਚੀਜ਼ ਜੋ ਇਸ ਅਧਿਆਇ ਵਿੱਚ ਸਾਡੇ ਸਾਹਮਣੇ ਆਉਂਦੀ ਹੈ ਉਹ ਹੈ ਪ੍ਰਾਰਥਨਾ ਵਿੱਚ ਦਾਨੀਏਲ ਦੀ
ਤੀਬਰਤਾ। ਐਤ 3 ਦੱਸਦੀ ਹੈ, ਮੈਂ ਆਪਣਾ ਮੂੰਹ ਪ੍ਰਭੂ ਪਰਮੇਸ਼ਰ ਵੱਲ ਕੀਤਾ ਅਤੇ ਬੇਨਤੀਆਂ ਤਰਲੇ ਕਰਕੇ ਔਰ ਵਰਤ ਰੱਖ ਕੇ ਤੱਪੜ ਅਤੇ ਸਵਾਹ ਸਣੇ ਉਹਦੀ ਭਾਲ ਕੀਤੀ। ਦਾਨੀਏਲ ਪ੍ਰਾਰਥਨਾ ਕਰਨ ਵਿੱਚ ਬਹੁਤ ਹੀ ਤੀਬਰ ਸੀ। ਮੈਂ ਤੁਹਾਨੂੰ ਯਾਦ ਕਰਾਉਂਦਾ ਹਾਂ ਕਿ ਯਾਕੂਬ ਦੀ ਕਿਤਾਬ ਸਾਨੂੰ ਦੱਸਦੀ ਹੈ, ਧਰਮੀ ਦੀ ਪ੍ਰਾਰਥਨਾ ਨਾਲ ਬਹੁਤ ਕੁਝ ਹੋ ਸਕਦਾ ਹੈ। ਮੈਂ ਪੁਰਾਣੇ ਨੇਮ ਨੂੰ ਚੰਗੀ ਤਰ੍ਹਾਂ ਪੜ੍ਹਿਆ ਅਤੇ ਇਹ ਨਤੀਜਾ ਕੱਢਿਆ ਕਿ ਉਸ ਸਮੇਂ ਵਿੱਚ ਕਈ ਜਗ੍ਹਾ ਬੜੀ ਤੀਬਰਤਾ ਨਾਲ ਪ੍ਰਾਰਥਨਾ ਕੀਤੀ ਗਈ। ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ ਜੋ ਤੁਹਾਨੂੰ ਸਮਝਣ ਵਿੱਚ ਮਦਦ ਕਰੇਗਾ ਕਿ ਭਾਵੁਕ ਮਨੁੱਖ ਪਰਮੇਸ਼ਰ ਦੀ ਇੱਛਾ ਨੂੰ ਜਾਣਦੇ ਹੋਏ ਕਿਸ ਤਰ੍ਹਾਂ ਤੀਬਰਤਾ ਨਾਲ ਪ੍ਰਾਰਥਨਾ ਕਰ ਰਿਹਾ ਹੈ। ਨੰਬਰ 1, ਤੀਬਰਤਾ ਦੀ ਪ੍ਰਾਰਥਨਾ ਟਾਟ ਨਾਲ ਜੁੜੀ ਹੁੰਦੀ ਹੈ। ਸਭ ਤੋਂ ਪਹਿਲਾਂ ਇਸ ਸੰਦੇਸ਼ ਵਿੱਚ ਵੇਖਿਆ ਕਿ ਟਾਟ ਪਾ ਕੇ ਪ੍ਰਾਰਥਨਾ ਕੀਤੀ ਗਈ। ਅਸੀਂ ਬਾਈਬਲ ਵਿੱਚ ਕਈ ਜਗ੍ਹਾ ਤੇ ਵੇਖਦੇ ਹਾਂ ਕਿ ਤੀਬਰਤਾ ਦੀ ਪ੍ਰਾਰਥਨਾ ਵਿੱਚ ਰੋਣਾ, ਸਿਰ ਉੱਤੇ ਸਵਾਹ ਪਾਉਣਾ, ਵਰਤ ਰੱਖਣਾ ਅਤੇ ਟਾਟ ਦੇ ਕੱਪੜੇ ਪਾਉਣਾ ਆਮ ਹੁੰਦਾ ਹੈ। ਜੇ ਅਸੀਂ ਅੱਜ ਆਪਣੀ ਪ੍ਰਾਰਥਨਾ ਵੱਲ ਵੇਖੀਏ ਤਾਂ ਇਹ ਉਸ ਸਮੇਂ ਦੀ ਪ੍ਰਾਰਥਨਾ ਨਾਲ ਫਿੱਟ ਨਹੀਂ ਬੈਠਦੀ। ਨੰਬਰ 2, ਤੀਬਰ ਪ੍ਰਾਰਥਨਾ ਵਰਤ ਨਾਲ ਜੁੜੀ ਹੁੰਦੀ ਹੈ। ਯਿਸੂ ਮਸੀਹ ਨੇ ਵਰਤ ਰੱਖੇ, ਪਾਲੂਸ ਨੇ ਵਰਤ ਰੱਖੇ, ਯਸ਼ਾਇਆ ਨਬੀ, ਦਾਨੀਏਲ, ਅਸਤੇਰ, ਦਾਊਦ, ਹੰਨਾ, ਅਲੀਸ਼ਾ, ਆਸਰਾ, ਨਹੇਮੀਆ, ਜ਼ਕਰੀਆ ਅਤੇ ਕਈ ਹੋਰਨਾਂ ਨੇ ਵਰਤ ਰੱਖ ਕੇ, ਜੇ ਤੁਸੀਂ ਚਰਚ ਦਾ ਇਤਿਹਾਸ ਪੜ੍ਹੋ ਤਾਂ ਵੇਖੋਗੇ ਮਾਰਟਨ ਲੂਥਰ ਵਰਤ ਰੱਖਦਾ ਸੀ, ਜੌਨ ਕੈਲਵਿਨ, ਚਾਰਲਸ ਵੈਸਲੇ, ਜਾਰਜ ਮੁਲਰ ਅਤੇ ਕਈ ਹੋਰਨਾਂ ਨੇ ਵਰਤ ਰੱਖੇ। ਮੈਂ ਜ਼ਰੂਰਤ ਸਮਝਦਾ ਹਾਂ ਕਿ ਤੁਹਾਨੂੰ ਇਹ ਸਪਸ਼ਟ ਕਰ ਦੇਵਾਂ ਕਿ ਨਵੇਂ ਨੇਮ ਵਿੱਚ ਸਾਨੂੰ ਵਰਤ ਰੱਖਣ ਦੀ ਕੋਈ ਆਗਿਆ ਨਹੀਂ ਦਿੱਤੀ ਗਈ, ਪਰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜਦ ਤੁਸੀਂ ਵਰਤ ਰੱਖੋ ਤਾਂ ਕੋਈ ਤੁਹਾਡਾ ਚਿਹਰਾ ਵੇਖ ਕੇ ਇਹ ਨਾ ਕਹਿ ਸਕੇ ਕਿ ਤੁਸੀਂ ਵਰਤੀ ਹੋ। ਨਵਾਂ ਨੇਮ ਸਾਨੂੰ ਸਿਖਾਉਂਦਾ ਹੈ ਕਿ ਕੁਝ ਦੁਸ਼ਟ ਆਤਮਾਵਾਂ ਹਨ ਜਿਨ੍ਹਾਂ ਨੂੰ ਅਸੀਂ ਪ੍ਰਾਰਥਨਾ ਅਤੇ ਵਰਤ ਰੱਖਣ ਦੇ ਬਿਨਾਂ ਨਹੀਂ ਕੱਢ ਸਕਦੇ। ਪਾਲੂਸ ਨੇ ਜਦ ਦਮਸ਼ਕ ਵਿੱਚ ਦਰਸ਼ਨ ਵੇਖਿਆ ਤਦ ਉਸ ਨੇ ਵਰਤ ਰੱਖਿਆ। ਰਸੂਲਾਂ ਦੇ ਕਿਤਾਬ ਦੇ 27ਵੇਂ ਅਧਿਆਇ ਵਿੱਚ ਅਸੀਂ ਵੇਖਦੇ ਹਾਂ ਕਿ ਪਾਲੂਸ ਜਦ ਜਹਾਜ਼ ਵਿੱਚ ਸਫ਼ਰ ਕਰ ਰਿਹਾ ਸੀ ਅਤੇ ਤੂਫਾਨ ਚੱਲ ਰਿਹਾ ਸੀ ਤਾਂ ਉਸ ਨੇ 14 ਦਿਨ ਵਰਤ ਰੱਖਿਆ। ਮੈਂ ਵੀ ਚਾਹੁੰਦਾ ਹਾਂ ਕਿ ਤੁਸੀਂ ਵੀ ਵਰਤ ਰੱਖਣਾ ਸ਼ੁਰੂ ਕਰੋ। ਵਰਤ ਰੱਖ ਕੇ ਪ੍ਰਾਰਥਨਾ ਕਰਨ ਵਿੱਚ ਤੀਬਰਤਾ ਆ ਜਾਂਦੀ ਹੈ ਅਤੇ ਪਰਮੇਸ਼ਰ ਨਾਲ ਸੰਬੰਧ ਮਜ਼ਬੂਤ ਹੋ ਜਾਂਦਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਈ ਕੁਝ ਕਰੋ। ਮੈਂ ਚਾਹੁੰਦਾ ਹਾਂ ਤੁਸੀਂ ਪ੍ਰਾਰਥਨਾ ਕਰੋ, ਬਸ ਸਿਰਫ ਪ੍ਰਾਰਥਨਾ। ਧਿਆਨ ਦੇਵੋ ਕਿ ਪਰਮੇਸ਼ਰ ਤੁਹਾਨੂੰ ਕਿਸ ਬਾਰੇ ਪ੍ਰਾਰਥਨਾ ਕਰਨ ਲਈ ਆਖਦਾ ਹੈ। ਪਰਮੇਸ਼ਰ ਦੀ ਇੱਛਾ ਨੂੰ ਜਾਣਨ ਦੀ ਕੋਸ਼ਿਸ਼ ਕਰੋ ਅਤੇ ਫਿਰ ਪ੍ਰਾਰਥਨਾ ਕਰੋ। ਲਗਾਤਾਰ ਪ੍ਰਾਰਥਨਾ ਕਰੋ, ਪ੍ਰਾਰਥਨਾ ਕਰਦੇ ਰਹੋ ਔਰ ਵੇਖੋ ਪ੍ਰਾਰਥਨਾ ਦਾ ਕੀ ਅਸਰ ਹੁੰਦਾ ਹੈ। ਆਮੀਨ। ਪਿਆਰੇ ਦਰਸ਼ਕੋ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਖੀਰ ਤੱਕ ਬਣੇ ਰਹਿਣ ਦੇ ਲਈ ਅਸੀਂ ਤੁਹਾਨੂੰ ਧੰਨਵਾਦ ਦਿੰਦੇ ਹਾਂ। ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 9 ਅਧਿਆਇ ਦੀ 11 ਆਇਤ ਤੋਂ ਅੱਗੇ ਗੌਰ ਕੀਤਾ। ਅਸੀਂ ਜਾਣਿਆ ਕਿ ਪਰਮੇਸ਼ਰ ਯਹੋਵਾ ਕਹਿੰਦਾ ਹੈ ਕਿ ਉਹ ਇਜ਼ਰਾਈਲੀਆਂ ਨੂੰ 70 ਸਾਲਾਂ ਤੱਕ ਬਾਬੁਲ ਦੇ ਅਧੀਨ ਕਰੇਗਾ ਅਤੇ ਇਹ ਕੌਮਾਂ 70 ਸਾਲ ਤੱਕ ਬਾਬੁਲ ਦੇ ਵਿੱਚ ਸੇਵਾ ਟਹਿਲ ਕਰਨਗੀਆਂ। ਪਰ 70 ਸਾਲਾਂ ਦੇ ਪੂਰੇ ਹੋਣ ਤੋਂ ਬਾਅਦ ਉਹ ਕਹਿੰਦਾ ਹੈ ਕਿ ਮੈਂ ਬਾਬੁਲ ਦੇ ਪਾਤਸ਼ਾਹ ਦੀ ਖਬਰ ਲਵਾਂਗਾ ਅਤੇ ਕਸਦੀਆਂ ਦੇ ਦੇਸ਼ ਦੇ ਰਾਜੇ ਦੀ ਵੀ ਖਬਰ ਲਵਾਂਗਾ। ਅਸੀਂ ਜਾਣਿਆ ਕਿ ਦਾਨੀਏਲ ਦੇ ਕੋਲ ਉਸ ਸਮੇਂ ਪੂਰਾ ਪੁਰਾਣਾ ਨਿਯਮ ਉਪਲਬਧ ਨਹੀਂ ਸੀ। ਉਹਦੇ ਕੋਲ ਯਰਮੀਆ ਨਬੀ ਦੀ ਪੁਸਤਕ ਸੀ ਅਤੇ ਉਹ ਉਹਦੀ ਭਵਿੱਖਬਾਣੀਆਂ ਨੂੰ ਪੜ੍ਹ ਰਿਹਾ ਸੀ, ਕਿਉਂਕਿ ਦਾਨੀਏਲ ਆਪ ਵੀ ਬਾਬੁਲ ਦੀ ਗੁਲਾਮੀ ਵਿੱਚ ਸੀ ਅਤੇ ਜਦੋਂ ਉਹ ਬੰਦੀ ਬਣਾ ਕੇ ਲਿਆਇਆ ਗਿਆ ਉਸ ਸਮੇਂ ਉਹ ਜਵਾਨ ਲੜਕਾ ਸੀ, ਪਰ ਹੁਣ ਉਹ ਬਜ਼ੁਰਗ ਹੋ ਚੁੱਕਾ ਹੈ ਅਤੇ ਉਹਦੀ ਉਮਰ ਲਗਭਗ 80 ਸਾਲਾਂ ਦੀ ਹੋ ਚੁੱਕੀ ਹੈ। ਜਦੋਂ ਉਹ ਇਸ ਭਵਿੱਖਬਾਣੀ ਨੂੰ ਪੜ੍ਹਦਾ ਹੈ ਤੁਹਾਨੂੰ ਪਤਾ ਚੱਲਦਾ ਹੈ ਕਿ ਉਹਨਾਂ ਦੀ ਬਾਬੁਲ ਦੀ ਗੁਲਾਮੀ ਦੇ ਵਿੱਚ ਰਹਿਣ ਦੇ 70 ਸਾਲ ਪੂਰੇ ਹੋ ਚੁੱਕੇ ਹਨ। ਤਦ ਉਹ ਖੁਸ਼ ਹੋ ਜਾਂਦਾ ਹੈ ਅਤੇ ਇਹ ਪ੍ਰਾਰਥਨਾ ਕਰਦਾ ਹੈ। ਅਸੀਂ ਸਿੱਖਿਆ ਕਿ ਪ੍ਰਾਰਥਨਾ ਅਸਲ ਦੇ ਵਿੱਚ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਹੋਏ ਹੋਣੀ ਚਾਹੀਦੀ ਹੈ। ਅਸੀਂ ਜਾਣਿਆ ਕਿ ਸੱਚੀ ਪ੍ਰਾਰਥਨਾ ਉਹੀ ਹੈ ਜੋ ਪਰਮੇਸ਼ਰ ਦੇ ਵਚਨ ਤੋਂ ਪ੍ਰਭਾਵਿਤ ਹੋ ਕੇ ਕੀਤੀ ਜਾਂਦੀ ਹੈ। ਅਸੀਂ ਸਿੱਖਿਆ ਕਿ ਪਰਮੇਸ਼ਰ ਆਪਣੀ ਯੋਜਨਾ ਨੂੰ ਜਾਣਦਾ ਹੈ ਅਤੇ ਜਦੋਂ ਉਹ ਆਪਣੀ ਯੋਜਨਾ ਨੂੰ ਸਾਡੇ ਉੱਤੇ ਜ਼ਾਹਿਰ ਕਰਦਾ ਹੈ ਤਾਂ ਉਹ ਚਾਹੁੰਦਾ ਹੈ ਕਿ ਅਸੀਂ ਉਸ ਯੋਜਨਾ ਦੇ ਲਈ ਪ੍ਰਾਰਥਨਾ ਕਰੀਏ। ਅਸੀਂ ਜਾਣਿਆ ਕਿ ਪ੍ਰਾਰਥਨਾ ਪਰਮੇਸ਼ਰ ਦੀ ਇੱਛਾ ਨਾਲ ਨਾਪੀ ਜਾਂਦੀ ਹੈ। ਅਸੀਂ ਪਰਮੇਸ਼ਰ ਦੇ ਉੱਤੇ ਆਪਣੀ ਮਰਜ਼ੀ ਨੂੰ ਥੋਪ ਨਹੀਂ ਸਕਦੇ।
ਇਸ ਤੋਂ ਬਾਅਦ ਅਸੀਂ ਇਹ ਵੀ ਜਾਣਿਆ ਕਿ ਜੀਵਨ ਬਦਲਣ ਵਾਲੀ ਪ੍ਰਾਰਥਨਾ ਉਹ ਹੁੰਦੀ ਹੈ ਜੋ ਸਾਡੇ ਪਰਮੇਸ਼ਵਰ ਦੇ ਨਾਲ ਚੱਲਣ ਨਾਲ ਜ਼ਾਹਿਰ ਹੁੰਦੀ ਹੈ। ਅਸੀਂ ਜਾਣਿਆ ਕਿ ਪ੍ਰਾਰਥਨਾ ਸਿਰਫ ਉਹ ਚੀਜ਼ ਨਹੀਂ ਹੈ ਜੋ ਕਿ ਕਿਸੇ ਖਾਸ ਸਮੇਂ ਤੇ ਕੀਤੀ ਜਾਂਦੀ ਹੈ, ਪਰ ਇਹ ਤਾਂ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੋਣਾ ਚਾਹੀਦੀ ਹੈ। ਇਹ ਸਾਡੀ ਆਦਤ ਹੋਣੀ ਚਾਹੀਦੀ ਹੈ ਅਤੇ ਸਾਨੂੰ ਰੋਜ਼ ਪ੍ਰਾਰਥਨਾ ਕਰਨੀ ਚਾਹੀਦੀ ਹੈ। ਦੋਸਤੋ, ਸਾਨੂੰ ਉਮੀਦ ਹੈ ਕਿ ਪ੍ਰਾਰਥਨਾ ਦੇ ਵਿਸ਼ੇ ਤੇ ਸਾਡਾ ਇਹ ਅਧਿਐਨ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਕਿ ਤੁਸੀਂ ਸਾਡੇ ਤੇ ਮਿਹਰ ਕੀਤੀ। ਅੱਜ ਇੱਕ ਵਾਰੀ ਫਿਰ ਤੋਂ ਪਿਤਾ ਪਰਮੇਸ਼ਵਰ ਤੁਸੀਂ ਆਤਮਿਕ ਗੱਲਾਂ ਦੇ ਦੁਆਰਾ ਸਾਨੂੰ ਮਜ਼ਬੂਤ ਕੀਤਾ। ਦਾਨੀਅਲ ਨਬੀ ਦੀ ਪ੍ਰਾਰਥਨਾ ਦੇ ਦੁਆਰਾ ਪ੍ਰਭੂ ਜੀ ਸਾਨੂੰ ਇਹ ਗੱਲਾਂ ਸਿਖਾਈਆਂ, ਜਿਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਗੱਲ ਇਹ ਸਿੱਖੀ ਕਿ ਅਸੀਂ ਪ੍ਰਭੂ ਜਦ ਵੀ ਤੇਰੇ ਸਾਹਮਣੇ ਆਉਂਦੇ ਹਾਂ ਤਾਂ ਪ੍ਰਭੂ ਜੀ ਜਦ ਅਸੀਂ ਪ੍ਰਾਰਥਨਾ ਕਰਦੇ ਹਾਂ ਤਾਂ ਸਾਡੀ ਉਹ ਪ੍ਰਾਰਥਨਾ ਵਚਨ ਦੇ ਮੁਤਾਬਿਕ ਹੋਏ। ਦਾਨੀਅਲ ਨਬੀ ਨੇ ਪ੍ਰਭੂ ਜੀ ਤੇਰੇ ਦਾਸ ਤੇਰੇ ਨਬੀ ਯਰਮੀਆ ਦੀ ਪੁਸਤਕ ਤੋਂ ਪੜ੍ਹ ਕੇ ਇਸ ਗੱਲ ਨੂੰ ਜਾਣਿਆ ਕਿ ਉਹਨਾਂ ਦੇ ਗੁਲਾਮੀ ਦੇ ਦਿਨ ਪੂਰੇ ਹੋ ਗਏ। ਹੁਣ ਪ੍ਰਭੂ ਉਹਨਾਂ ਨੂੰ ਆਜ਼ਾਦ ਕਰਨ ਜਾ ਰਿਹਾ ਹੈ। ਤਾਂ ਉਹਨੇ ਖੁਸ਼ੀ ਨਾਲ ਪ੍ਰਭੂ ਜੀ ਉਹ ਸਾਰੀ ਗੱਲਾਂ ਦਾ ਬਿਆਨ ਕਰਦੇ ਹੋਏ ਪ੍ਰਾਰਥਨਾ ਕੀਤੀ। ਪਿਤਾ ਪਰਮੇਸ਼ਰ, ਅੱਜ ਤੂੰ ਸਾਨੂੰ ਵੀ ਸਿਖਾ ਕਿ ਅਸੀਂ ਪ੍ਰਭੂ ਜੀ ਜਦ ਆਪਣੀ ਬਾਈਬਲ ਨੂੰ ਲੈ ਕੇ ਤੁਹਾਡੇ ਸਾਹਮਣੇ ਬੈਠਦੇ ਹਾਂ, ਪ੍ਰਭੂ ਤੁਸੀਂ ਸਾਡੇ ਨਾਲ ਗੱਲਬਾਤ ਕਰੋ, ਸਾਡੇ ਉੱਤੇ ਦਾਨੀਅਲ ਵਾਂਗ ਪ੍ਰਕਾਸ਼ਨ ਦਿਓ ਤਾਂ ਕਿ ਪਿਤਾ ਪਰਮੇਸ਼ਰ ਅਸੀਂ ਤੁਹਾਡੀ ਗੂੜੀਆਂ ਗੱਲਾਂ ਨੂੰ ਸਿੱਖ ਕੇ ਤੁਹਾਡਾ ਧੰਨਵਾਦ ਕਰ ਸਕੀਏ ਅਤੇ ਤੁਹਾਡੇ ਅੱਗੇ ਪ੍ਰਾਰਥਨਾ ਕਰ ਸਕੀਏ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਇਸ ਅੱਛੇ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।